सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम वाहिगुरु। ये आश्रम एक आश्रम ही नहीं, एक आसरा है लवारिस अनाथ ते ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਦਾ ਇਸ ਜੱਗ ਤੇ ਕੋਈ ਨਹੀਂ ਹੁੰਦਾ, ਜਿਨ੍ਹਾਂ ਨੂੰ ਆਪਣੇ ਪਰਾਏ ਕਰ ਦਿੰਦੇ ਨੇ। ਉਹਨਾਂ ਲਈ ਇੱਕ ਉਮੀਦ, ਇੱਕ ਆਸ ਹੈ ਇਹ ਆਸ਼ਰਮ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ, ਮੈਂ ਕਰਦਾ ਕਾਲ ਬੈਕ ਤੁਹਾਨੂੰ। ਪੈਰੀ ਪੈਣਾ ਬਾਪੂ ਜੀ। ਜਿਉਂਦਾ ਰਹਿ ਪੁੱਤ। ਹੋਰ ਸੁਣਾਓ, ਕੀ ਹਾਲ ਚਾਲ ਨੇ ਤੁਹਾਡੇ? ਉਸ ਪਰਮ ਪਿਤਾ ਪਰਮਾਤਮਾ ਦੀ ਰਜ਼ਾ 'ਚ ਖੁਸ਼ ਰਹੀਦਾ ਪੁੱਤ। ਪਰ ਬਾਪੂ ਜੀ, ਤੁਹਾਡੀਆਂ ਅੱਖਾਂ 'ਚ ਮੈਂ ਦੁੱਖ ਦਰਦ ਜਾਂ ਪਛਤਾਵਾ ਦੇਖ ਰਿਹਾ। ਐਦਾਂ ਦੀ ਕੋਈ ਗੱਲ ਨਹੀਂ ਪੁੱਤ। ਇਨਸਾਨ ਆਪਣੇ ਕਰਮਾਂ ਦਾ ਫਲ ਇੱਥੇ ਧਰਤੀ ਤੇ ਹੀ ਭੋਗ ਲੈਂਦਾ। ਸਵਰਗ ਨਰਕ ਸਭ ਇੱਥੇ ਹੀ ਨੇ ਪੁੱਤ। ਪਰ ਬਾਪੂ ਜੀ, ਤੁਸੀਂ ਇਹੋ ਜਿਹੇ ਕਿਹੜੇ ਕਰਮ ਕੀਤੇ ਨੇ? ਕਰਮ ਮਾੜੇ ਤਾਂ ਤੁਹਾਡੇ ਮੁੰਡਿਆਂ ਨੇ ਕੀਤੇ ਨੇ, ਜੋ ਤੁਹਾਨੂੰ ਇੱਥੇ ਛੱਡ ਗਏ ਨੇ। ਨਾਲੇ ਤੁਹਾਨੂੰ ਕਦੇ ਉਹਨਾਂ ਦੀ ਯਾਦ ਨਹੀਂ ਆਈ? ਇਨਸਾਨ ਆਪਣੇ ਕਰਮ ਕਰਦਾ, ਚੰਗੇ ਮਾੜੇ ਦਾ ਫੈਸਲਾ ਉਹ ਪਰਮਾਤਮਾ ਕਰਦਾ। ਤੇ ਰਹੀ ਗੱਲ ਪਰਿਵਾਰ ਦੀ, ਮੈਨੂੰ ਇੱਥੇ ਆਸਰਾ ਮਿਲਿਆ। ਹੁਣ ਇਹੀ ਮੇਰਾ ਘਰ ਪਰਿਵਾਰ ਤੇ ਯਾਦ ਹਰ ਵੇਲੇ ਉਸ ਰੱਬ ਨੂੰ ਕਰੀ। ਪਰ ਤੁਹਾਡੀਆਂ ਅੱਖਾਂ 'ਚ ਮੈਨੂੰ ਉਡੀਕ ਦਿਸਦੀ ਆ, ਜਿਵੇਂ ਅੱਜ ਵੀ ਤੁਸੀਂ ਕਿਸੇ ਦਾ ਇੰਤਜ਼ਾਰ ਕਰ ਰਹੇ ਹੋਵੋ। ਇੱਥੇ ਬੈਠਾ ਇਨਸਾਨ ਉਸ ਮੌਤ ਨੂੰ ਹੀ ਉਡੀਕਦਾ। ਪਰਮਾਤਮਾ ਦੇ ਘਰ ਦਾ ਰਾਹ ਇੱਥੋਂ ਹੀ ਸ਼ੁਰੂ ਹੁੰਦਾ। ਬਾਪੂ ਜੀ, ਅੱਜ ਦੋ ਬਿਜ਼ਨਸਮੈਨ ਆ ਰਹੇ ਆ ਇੱਥੇ ਸੇਵਾ ਕਰਨ, ਫੋਟੋ ਜਿਹੀ ਖਿਚਾਉਣਗੇ, ਜਿਵੇਂ ਅੱਜ ਕੱਲ ਸਭ ਕਰਦੇ ਆ। ਤੁਸੀਂ ਆਸ਼ਰਮ 'ਚ ਸਭ ਤੋਂ ਪੁਰਾਣੇ ਤੇ ਸਿਆਣੇ ਹੋ, ਤੁਸੀਂ ਕਰਦੇ ਹੋ ਉਹਨਾਂ ਦਾ ਸਨਮਾਨ। ਦਿਖਾਵਾ ਕਰਕੇ ਸਮਾਨ ਦੇਣਾ ਦਾਨ ਨਹੀਂ ਹੁੰਦਾ। ਮੈਂ ਇਹਨਾਂ ਸਭ ਗੱਲਾਂ ਦੇ ਸਖਤ ਖਿਲਾਫ। ਗੱਲ ਤਾਂ ਤੁਹਾਡੀ ਠੀਕ ਹੈ ਬਾਪੂ ਜੀ, ਅੱਜ ਕੱਲ ਲੋਕ ਦਿਖਾਵਾ ਜ਼ਿਆਦਾ ਕਰਦੇ ਨੇ। ਸਾਡੀ ਤਾਂ ਸਾਰੀ ਲਾਈਫ ਇੱਕ ਫਾਰਮੈਲਿਟੀ ਜੀ ਬਣ ਕੇ ਰਹਿ ਗਈ ਆ। ਹੈਲੋ, ਹਾਂਜੀ ਹਾਂਜੀ ਜ਼ਰੂਰ। ਹਾਂਜੀ ਮਨਪ੍ਰੀਤ, ਅੱਜ ਦਾ ਕੀ ਸਕੇਜੂਲ ਆ ਆਪਣਾ? ਸਰ, ਅੱਜ ਆਪਾਂ ਇੱਕ 올ਡ ਏਜ ਹੋਮ ਵਿਜ਼ਿਟ ਕਰਨਾ ਆ। ਉੱਥੇ ਜੋ ਨੀਡੀ ਨੇ ਉਹਨਾਂ ਦੀ ਹੈਲਪ ਕਰਨੀ ਆ ਆਪਾਂ। ਬਟ 올ਡ ਏਜ ਹੋਮ ਹੀ ਕਿਉਂ? ਕੋਈ ਸਕੂਲ ਜਾਂ ਕਾਲਜ ਜਾਂ ਕੋਈ ਹਸਪੀਟਲ ਸਿਲੈਕਟ ਕਰ ਲੈਣਾ ਸੀ। ਸਰ, ਜਦੋਂ ਆਪਾਂ 올ਡ ਏਜ ਹੋਮ ਵਿਜ਼ਿਟ ਕਰਾਂਗੇ, ਉਹ ਆਪਾਂ ਨੂੰ ਬਲੇਸਿੰਗਸ ਦੇਣਗੇ ਤੇ ਇਸ ਨਾਲ ਤੁਹਾਡੀ ਇਮੇਜ ਹੋਰ ਵੀ ਵਧੀਆ ਹੋ ਜਾਊ। ਓਕੇ, ਨੋ ਇਸ਼ੂ। ਉੱਥੇ ਜੋ ਵੀ ਮੈਨੇਜਰ ਨੇ ਉਹਨਾਂ ਨੂੰ ਕਾਲ ਕਰ ਲਓ ਤੇ ਜੋ ਵੀ ਉਹਨਾਂ ਦੀ ਨੀਡਸ ਨੇ ਉਹਨਾਂ ਦੀ ਇੱਕ ਲਿਸਟ ਮੰਗਵਾ ਲਓ। ਸਰ, ਮੈਂ ਉਹਨਾਂ ਨੂੰ ਆਲਰੇਡੀ ਹੀ ਕਾਲ ਕਰ ਲਈ ਸੀ। ਇਹ ਲਿਸਟ ਹੈ। ਵਾਹ, ਦੈਟਸ ਗੁੱਡ, ਵੈਲ ਡਨ, ਥੈਂਕ ਯੂ। ਉਹ ਕੀ ਗੱਲ ਬਈ, ਅੱਜ ਸਰਕਾਰਾਂ ਕਿਹੜੀਆਂ ਸੋਚਾਂ 'ਚ ਡੁੱਬੀਆਂ ਪਈਆਂ ਨੇ? ਹੋ ਨਹੀਂ, ਕੁਛ ਨਹੀਂ। ਕੱਲ ਸ਼ਾਮੀ ਇੱਕ ਐਨਜੀਓ ਵਾਲੇ ਆਏ ਸੀ ਮੇਰੇ ਕੋਲ, ਆਈਸ ਚੈਕਿੰਗ ਕੈਂਪ ਲਈ ਡੋਨੇਸ਼ਨ ਮੰਗਦੇ ਸੀ। ਪੂਰੇ 1 ਲੱਖ ਦਾ ਚੈੱਕ ਕੱਟ ਕੇ ਦਿੱਤਾ ਤੇਰੇ ਛੋਟੇ ਵੀਰ ਨੇ। ਇਹ ਤਾਂ ਬਹੁਤ ਵਧੀਆ ਗੱਲ ਆ। ਅੱਛਾ, ਅੱਜ ਆਪਾਂ ਨਾ ਇੱਕ 올ਡ ਏਜ ਹੋਮ ਜਾ ਕੇ ਆਉਣਾ ਵਾ। ਉਹ ਮਨਪ੍ਰੀਤ ਨੇ ਸਕੇਜੂਲ ਤਿਆਰ ਕੀਤਾ ਸੀ। ਵਾਹ ਵੀਰੇ, ਜਾਣਾ ਵੀ ਕਿੱਥੇ ਆ? ਬਿਰਧ ਆਸ਼ਰਮ, ਜਿੱਥੇ ਆਪਣੇ ਬਾਪੂ ਨੂੰ ਤੂੰ ਛੱਡ ਆਇਆ ਸੀ ਤੇ ਮਾਂ ਨੂੰ ਮੇਰੇ ਕੋਲ ਛੱਡਤਾ ਸੀ। ਵੀਰੇ ਮੈਂ ਕੀ ਸੋਚਦਾ, ਬਿਰਧ ਆਸ਼ਰਮ ਤਾਂ ਆਪਾਂ ਚੱਲੇ ਆ, ਕਿਉਂ ਨਾ ਮਾਂ ਨੂੰ ਵੀ ਉੱਥੇ ਨਾਲ ਹੀ ਲੈ ਚੱਲੀਏ, ਬਾਪੂ ਕੋਲ ਛੱਡ ਆਵਾਂਗੇ, ਬਾਪੂ ਨਾਲ ਰਹੀ ਜਾਊਗੀ। ਉਹ ਨਹੀਂ, ਉਹ ਆਪਣੀ ਇਮੇਜ ਖਰਾਬ ਹੋਊਗੀ ਇਹਦੇ ਨਾਲ। ਤੇ ਜਦੋਂ ਤੂੰ ਬਾਪੂ ਨੂੰ ਛੱਡ ਕੇ ਆਇਆ ਸੀ ਉਦੋਂ ਨਹੀਂ ਇਮੇਜ ਖਰਾਬ ਹੋਈ? ਦੇਖ ਵੀਰ, ਉਦੋਂ ਆਪਣਾ ਬਿਜ਼ਨਸ ਇੰਨਾ ਸਕਸੈਸਫੁਲੀ ਰਨ ਨਹੀਂ ਕਰਦਾ ਸੀ, ਹੁਣ ਆਪਣੀ ਇਮੇਜ ਕੁਝ ਹੋਰ ਆ। ਓ ਯਾਰ, ਇਮੇਜ ਗਈ ਖੂਚ, ਮੇਰੇ ਤੋਂ ਨਹੀਂ ਸੇਵਾ ਸੁਭਾ ਜੀ ਕਰ ਹੁੰਦੀ। ਤੇ ਨਾਲੇ ਘਰੇ ਜਿਹੜੀ ਮੇਡ ਰੱਖੀ ਆ ਉਹ ਤਾਂ ਸਵੇਰ ਤੋਂ ਸ਼ਾਮ ਤੱਕ ਰਹਿੰਦੀ ਆ,
ਰਾਤ ਨੂੰ ਤਾਂ ਮਾਂ ਨੂੰ ਮੈਨੂੰ ਹੀ ਸਾਂਭਣਾ ਪੈਂਦਾ। ਸਾਰਾ ਦਿਨ ਕੰਮ ਕਰੋ, ਰਾਤੀ ਚੱਜ ਨਾਲ ਸੋਇਆ ਵੀ ਨਹੀਂ ਜਾਂਦਾ। ਯਾਰ ਮਾਂ ਦਾ ਕੋਈ ਹੱਲ ਕਰ ਯਾਰ। ਚੱਲ ਕੋਈ ਗੱਲ ਨਹੀਂ, ਕਰਦਾ ਮੈਂ ਕੋਈ ਹੱਲ। ਚੱਲ ਠੀਕ ਆ ਵੀਰੇ, ਮੈਂ ਵੀ ਚੱਲਦਾ। ਅੱਛਾ ਉਹ ਅੱਜ 11 ਵਜੇ ਜਾ ਕੇ ਆਉਣਾ ਆਪਾਂ, ਰੈਡੀ ਰਹੀ। ਠੀਕ ਆ ਵੀਰੇ। ਉਹ 11 ਦਾ ਘਰੀ ਵੱਜ ਗਏ, ਲੇਟ ਹੋ ਗਿਆ। ਜਸਵਿੰਦਰ ਬੇਟਾ ਗੱਲ ਸੁਣ ਮੇਰੀ। ਮੰਮੀ ਕੀ ਆ ਯਾਰ, ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਜਦੋਂ ਮੈਂ ਬਾਹਰ ਕੰਮ ਤੇ ਜਾਣਾ ਹੁੰਦਾ ਮੈਨੂੰ ਪਿੱਛੋਂ ਨਾ ਆਵਾਜ਼ ਮਾਰਿਆ ਕਰੋ। ਬੇਟਾ ਆਪਾਂ ਨਾ ਅੱਜ ਡਾਕਟਰ ਕੋਲ ਜਾਣਾ। ਮੇਰੀ ਨਾ ਅੱਜ ਸਿਹਤ ਮੈਨੂੰ ਠੀਕ ਨਹੀਂ ਲੱਗ ਰਹੀ। ਮੰਮੀ ਅੱਜ ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਤੇ ਜਗਰੂਪ ਵੀਰੇ ਨੇ ਅੱਜ ਬਿਰਧ ਆਸ਼ਰਮ ਜਾ ਕੇ ਆਉਣਾ ਦਾਨ ਕਰਨ। ਬੇਟਾ ਘਰ ਤੇਰੀ ਮਾਂ ਬੈਠੀ, ਉਹਦੀ ਤੂੰ ਸੇਵਾ ਕਰ ਨਹੀਂ ਸਕਦਾ ਤੇ ਬਿਰਧ ਆਸ਼ਰਮ ਤੂੰ ਸੇਵਾ ਕਰਨ ਜਾਣਾ। ਉਹ ਮੈਨੂੰ ਨਾ ਤੁਸੀਂ ਸਮਝਾਇਆ ਕਰੋ, ਮੇਰੇ ਲਈ ਕੀ ਸਹੀ ਹੈ ਕੀ ਗਲਤ ਮੈਨੂੰ ਸਭ ਪਤਾ। ਬੇਟਾ ਤੁਸੀਂ ਕਿੱਡੇ ਵੀ ਵੱਡੇ ਬਿਜ਼ਨਸਮੈਨ ਬਣ ਜਾਓ ਨਾ, ਮਾਂ ਤਾਂ ਮਾਂ ਹੀ ਰਹਿਣੀ ਹੈ। ਉਹ ਚੱਲ ਠੀਕ ਆ ਮੇਰੀ ਮਾਂ, ਹੁਣ ਬਖਸ਼ ਦੇ ਮੈਨੂੰ। ਚੱਲਿਆ ਯਾਰ, ਮੈਂ ਤੰਗ ਆ ਗਿਆ ਤੁਹਾਡੇ ਕੋਲੋਂ। ਮੈਨੂੰ ਜਾਂਦਾ ਜਾਂਦਾ ਪਾਣੀ ਦਾ ਗਲਾਸ ਦੇ ਕੇ ਫੜਾ ਜਾ। ਆਪੇ ਪੀ ਲੈ, ਮੇਰੇ ਕੋਲ ਟਾਈਮ ਹੈ ਨਹੀਂ। ਸਤਿ ਸ਼੍ਰੀ ਅਕਾਲ। ਇਹ ਸਾਡਾ ਆਸ਼ਰਮ ਹੈ। ਜੋ ਵੀ ਬੇਸਹਾਰਾ, ਲਵਾਰਿਸ ਅਤੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਅਸੀਂ ਇੱਥੇ ਲੈ ਆਉਂਦੇ ਹਾਂ ਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ। ਇਹ ਤਾਂ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ। ਬਸ ਜਿੰਨੀ ਕੁ ਸੇਵਾ ਲਿਖੀ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਕਰੀ ਜਾ ਰਹੇ ਹਾਂ। ਬਾਈ ਜੀ ਸਾਡੇ ਦੋ ਅਸਿਸਟੈਂਟ ਬਾਹਰ ਵੈਨ ਲਈ ਖੜੇ ਆ। ਵੈਨ 'ਚ ਜਿੰਨਾ ਕੋ ਵੀ ਸਮਾਨ ਆ ਸਾਰਾ ਆਸ਼ਰਮ ਦੀ ਸੇਵਾ ਲਈ ਆ। ਤੁਸੀਂ ਪਲੀਜ਼ ਆਪਣੇ ਵਰਕਰ ਭੇਜ ਕੇ ਸਮਾਨ ਉਤਰਵਾ ਲਓ। ਹਾਂਜੀ ਭਾਜੀ, ਮੈਂ ਸਮਾਨ ਅੰਦਰ ਖਵਾ ਲੈਂਦਾ ਜਦ ਤੱਕ ਤੁਸੀਂ ਆਸ਼ਰਮ ਵਿਜ਼ਿਟ ਕਰੋ। ਆਓ ਤੁਹਾਨੂੰ ਮਿਲਾਉਂਦੇ ਆ ਸਾਡੇ ਸਭ ਤੋਂ ਪੁਰਾਣੇ ਮੈਂਬਰ ਦੇ ਨਾਲ। ਸ਼ੋ ਬਾਪੂ ਜੀ, ਇਹ ਨੇ ਜੀ ਦੋ ਬਿਜ਼ਨਸਮੈਨ। ਬੜਾ ਵਧੀਆ ਬਿਜ਼ਨਸ ਚੱਲਦਾ ਇਹਨਾਂ ਦਾ। ਪੁੱਤ ਪਾਣੀ ਦਾ ਗਲਾਸ ਦਈ ਮੈਨੂੰ। ਹਾਂਜੀ, ਮੈਂ ਹੁਣੇ ਲਿਆਉਣੀ ਆ। ਆ ਲੋ। ਆ ਪੁੱਤ ਦਵਾਈ ਵੀ ਫੜਾਈ ਮੇਰੀ, ਇੱਥੇ ਪਈ ਹੋਣੀ ਆ ਕਿਤੇ। ਹਾਂਜੀ, ਲੱਭ ਦਿੰਨੀ ਆ। ਆ ਪੁੱਤ ਦੇਖੀ ਗੇਟ ਤੇ ਕੌਣ ਆਇਆ, ਮੈਥੋਂ ਤਾਂ ਉੱਠਿਆ ਨਹੀਂ ਜਾਣਾ। ਹਾਂਜੀ, ਦੇਖ ਲੈਣੀ ਆ। ਆ ਗਏ ਤੁਸੀਂ? ਲੱਗਦਾ ਤਾਂ ਆਈ ਹੈ। ਉਹ ਕੀ ਗੱਲ ਹੋ ਗਈ ਅੱਜ ਸਾਡੀ ਸਰਕਾਰ ਦਾ ਚਿਹਰਾ ਉਦਾਸ ਕਿਉਂ ਆ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਂ ਤੁਹਾਡੀ ਵਾਈਫ ਆ ਜਾਂ ਇਸ ਘਰ ਦੀ ਨੌਕਰਾਨੀ? ਕਿਉਂ ਕੀ ਹੋ ਗਿਆ? ਮੈਂ ਅੱਜ ਆਫਿਸ ਤੋਂ ਛੁੱਟੀ ਲਿੱਤੀ ਸੀ ਬਿਕੋਜ਼ ਮੈਂ ਠੀਕ ਨਹੀਂ ਸੀ, ਪਰ ਤੁਹਾਡੇ ਡੈਡ ਸਾਰਾ ਦਿਨ ਕੰਮ ਕਰਾਈ ਗਏ ਮੇਰੇ ਤੋਂ। ਕਦੇ ਆਹ ਕਰਦੇ, ਕਦੇ ਉਹ ਕਰਦੇ। ਮੈਂ ਤਾਂ ਫੈਡ ਅਪ ਹੋ ਗਈ। ਫੇਰ ਕੀ ਹੋ ਗਿਆ ਯਾਰ, ਮੈਂ ਦੱਸ ਉਹਨਾਂ ਨੂੰ ਕਿੱਥੇ ਛੱਡ ਆਵਾਂ? ਬਿਰਧ ਆਸ਼ਰਮ ਛੱਡ ਆਓ, 올ਡ ਏਜ ਹੋਮ। ਆਰ ਯੂ ਮੈਡ? ਹੀ ਇਜ਼ ਮਾਈ ਡੈਡ। ਕਿੰਨੀ ਕੇਅਰ ਕਰਦੇ ਹੋ ਆਪਣੇ ਡੈਡ ਦੀ?
ਸਾਰਾ ਦਿਨ ਤਾਂ ਆਫਿਸ 'ਚ ਰਹਿੰਦੇ ਹੋ, ਸ਼ਾਮ ਨੂੰ ਘਰੇ ਆਉਂਦੇ ਹੋ, ਕਦੇ ਟਾਈਮ ਸਪੈਂਡ ਕੀਤਾ ਉਹਨਾਂ ਨਾਲ? ਉਹਨਾਂ ਨੂੰ 올ਡ ਏਜ ਹੋਮ ਛੱਡਿਓ, ਵਧੀਆ ਕੇਅਰ ਹੋਊਗੀ ਉੱਥੇ ਉਹਨਾਂ ਦੀ। ਚਲੋ ਕਰਦਾ ਮੈਂ ਕੁਝ। ਮੈਂ ਤਾਂ ਬੋਰ ਹੋ ਗਈ ਸਾਰਾ ਦਿਨ, ਮੈਨੂੰ ਫਿਲਮ ਦਿਖਾਉਣ ਲੈ ਕੇ ਚੱਲੋ ਅੱਜ। ਉਹ ਚੱਲ ਠੀਕ ਆ, ਪਰ ਡੈਡ ਲਈ ਰੋਟੀ ਬਣਾ ਦਿਓ, ਆਪਾਂ ਮੈਂ ਵੀ ਲੇਟ ਹੋ ਜਾਵਾਂਗੇ। ਸਾਰਾ ਦਿਨ ਤਾਂ ਕੁਛ ਨਾ ਕੁਛ ਖਾਈ ਗਏ ਆ, ਇਹਨਾਂ ਨੂੰ ਕਿਤੇ ਭੁੱਖ ਲੱਗੀ ਹੋਣੀ ਆ, ਆਪਾਂ ਆਉਂਦੇ ਹੋਏ ਕੁਛ ਲੈ ਆਵਾਂਗੇ ਇਹਨਾਂ ਲਈ। ਚਲੋ ਮੈਂ ਰੈਡੀ ਹੋ ਕੇ ਆਉਣੀ ਆ। ਹਾਂਜੀ ਡੈਡ, ਉਹ ਤੁਸੀਂ ਵੀ ਘਰੇ ਬੈਠੇ ਬੈਠੇ ਬੋਰ ਹੁੰਦੇ ਹੋਵੋਗੇ, ਕਿਸੇ ਯਾਤਰਾ ਤੇ ਚਲੇ ਜਾਓ। ਇਹ ਉਮਰ ਮੇਰੀ ਯਾਤਰਾ ਦੀ ਨਹੀਂ, ਸੇਵਾ ਕਰਵਾਉਣ ਦੀ ਆ, ਜੋ ਤੁਸੀਂ ਕਰਦੇ ਨਹੀਂ। ਉਹ ਛੱਡੋ ਡੈਡ, ਮੇਰੇ ਕੋਲ ਇੱਕ ਵਧੀਆ ਪਲਾਨ ਆ। ਮੇਰੇ ਫਰੈਂਡ ਦਾ ਟੂਰ ਐਂਡ ਟਰੈਵਲਸ ਦਾ ਬਿਜ਼ਨਸ ਆ ਤੇ ਉਹ ਬਜ਼ੁਰਗਾਂ ਲਈ ਇੱਕ ਟ੍ਰਿਪ ਆਰਗੇਨਾਈਜ਼ ਕਰ ਰਹੇ ਆ। ਤੁਸੀਂ ਬਸ ਤਿਆਰ ਰਹੋ ਕੱਲ ਜਾਣ ਨੂੰ। ਮੈਨੂੰ ਪਤਾ ਕਿਹੜੇ ਟੂਰ ਦੀ ਗੱਲ ਕਰਦਾ ਹੈ। ਜੋ ਕੀਤਾ ਉਹ ਭੁਗਤਣਾ ਹੀ ਪੈਂਦਾ। ਮੈਂ ਵੀ ਤਾਂ ਆਪਣੇ ਬਾਪੂ ਨੂੰ ਛੱਡ ਹੀ ਆਇਆ ਸੀ ਬਿਰਧ ਆਸ਼ਰਮ। ਓਹੋ, ਕੀ ਹੋਇਆ ਗੱਡੀ ਨੂੰ? ਪਤਾ ਨਹੀਂ, ਮੈਂ ਦੇਖਦਾ, ਤੁਸੀਂ ਬੈਠੋ। ਹਾਂਜੀ। ਕੀ ਹੋਇਆ ਗੱਡੀ ਨੂੰ? ਕਾਰ ਦਾ ਨਾ ਐਕਸਲ ਖਰਾਬ ਹੋ ਗਿਆ, ਮੈਨੂੰ ਲੱਗਦਾ ਮਕੈਨਿਕ ਹੋਣਾ ਪਊਗਾ। ਚਲੋ ਤੁਸੀਂ ਮੈਨੂੰ ਇੱਥੇ ਅੰਦਰ ਛੱਡਿਓ, ਮੈਂ ਇੱਥੇ ਬੈਠ ਕੇ ਤੁਹਾਡਾ ਵੇਟ ਕਰ ਲੂੰਗੀ ਤੇ ਤੁਸੀਂ ਗੱਡੀ ਠੀਕ ਕਰਾ ਲਓ। ਇੱਥੇ ਚਲੋ ਚਲੋ। ਤੁਸੀਂ ਅੰਦਰ ਆਉਣ ਤੋਂ ਇੰਨਾ ਘਬਰਾ ਕਿਉਂ ਰਹੇ ਹੋ? ਨਹੀਂ, ਕੁਝ ਨਹੀਂ। ਚੱਲੋ। ਮੰਮੀ, ਉਹ ਕਿੱਥੇ ਮਰ ਗਈ? ਕਿੱਥੇ ਜਾ ਕੇ ਬਹਿ ਗਈ? ਹਾਂਜੀ ਮੰਮੀ ਜੀ, ਕਿਤੇ ਨਹੀਂ ਗਈ, ਇੱਥੇ ਹੀ ਆ ਹਾਲੇ ਤੱਕ ਤਾਂ। ਨਾ ਹੋਰ ਤੂੰ ਜਾਣਾ ਵੀ ਕਿੱਥੇ ਹੈ? ਤੂੰ ਤਾਂ ਇੱਥੇ ਰਹੇਂਗੀ ਸਾਡਾ ਬੈਗ ਲੈਣ ਨੂੰ। ਮੈਂ ਦੱਸੋ ਤੁਹਾਡਾ ਕੀ ਬੁਰਾ ਕਰਤਾ? ਸਾਰਾ ਦਿਨ ਮੈਨੂੰ ਬੋਲਦੇ ਰਹਿੰਦੇ ਹੋ, ਲੜਦੇ ਰਹਿੰਦੇ ਹੋ ਮੇਰੇ ਨਾਲ। ਤਾਂ ਲੜਨ ਨੂੰ ਤੂੰ ਮੇਰੀ ਸ਼ਰੀਕ ਹੈ? ਜਾ ਚਾਹ ਬਣਾ ਕੇ ਲਿਆ। ਮੈਂ ਪ੍ਰਭ ਨੂੰ ਰੋਟੀ ਖਵਾ ਰਹੀ ਸੀ। ਲੈ ਦੱਸ, ਤੂੰ ਤਾਂ ਐਂ ਗੱਲਾਂ ਕਰਦੀ ਐ ਜਿਵੇਂ ਅਸੀਂ ਜਵਾਕ ਹੀ ਨਹੀਂ ਪਾਲੇ ਹੁੰਦੇ। ਮੈਂ ਤਾਂ ਨਾਲ ਜਵਾਕ ਸਾਂਭਦੀ ਸੀ, ਨਾਲ ਘਰ ਦਾ ਕੰਮ ਕਰਦੀ ਸੀ। ਫਿਰ ਚਾਹ ਵੀ ਆਪ ਹੀ ਬਣਾ ਲਓ। ਨਾ ਤੈਨੂੰ ਕਾਹਦੇ ਲਈ ਲਿਆਂਦਾ ਫਿਰ ਇੱਥੇ? ਓਹੋ, ਤੁਸੀਂ ਦੋਨੇ ਫੇਰ ਸ਼ੁਰੂ ਹੋ ਗਈਆਂ। ਰੀਤ ਚੱਲ ਤੂੰ ਕਮਰੇ 'ਚ। ਮਾਂ ਕੀ ਗੱਲ ਹੋ ਗਈ? ਇਸ ਉਮਰ ਵਿੱਚ ਗੁੱਸਾ ਘੱਟ ਕਰਿਆ ਕਰ, ਐਵੇਂ ਬੀਪੀ ਵਾਧੂ ਤੇਰਾ। ਤੇਰੀ ਘਰ ਵਾਲੀ ਸੇਵਾ ਨਹੀਂ ਕਰਦੀ ਮੇਰੀ।
ਅੱਖਾਂ ਕੱਢਦੀ ਰਹਿੰਦੀ ਮੈਨੂੰ। ਮਾਂ ਤੁਸੀਂ ਦੋਨੇ ਸੱਸ ਨੂੰ ਰਲ ਕੇ ਰਿਹਾ ਕਰੋ, ਇੱਕ ਪਿਆਰ ਨਾਲ ਹੱਸਦਿਆਂ ਦੇ ਘਰ ਵਸਦੇ, ਐਵੇਂ ਨਾ ਲੜੀ ਜਾਇਆ ਕਰੋ ਤੁਸੀਂ। ਮੈਂ ਕਹਿ ਦਿੰਦਾ ਰੀਤ ਨੂੰ ਚਾਹ ਬਣਾ ਲਿਆਉ ਤੈਨੂੰ, ਜਾ ਰੀਤ ਬਣਾ ਲਿਆ ਚਾਹ। ਰੀਤ ਤੂੰ ਐਵੇਂ ਨਾ ਮੰਮੀ ਜੀ ਨਾਲ ਲੜਿਆ ਕਰ, ਤੁਸੀਂ ਦੋਨੇ ਰਲ ਕੇ ਰਿਹਾ ਕਰੋ ਇੱਕ ਦੂਜੇ ਨਾਲ। ਹਾਂ, ਤੁਹਾਨੂੰ ਤਾਂ ਮੇਰੇ 'ਚ ਹੀ ਕਮੀ ਦਿਖਣੀ ਆ। ਹਮੇਸ਼ਾ ਉਹ ਸਹੀ ਹੁੰਦੇ ਆ ਤੇ ਮੈਂ ਗਲਤ। ਹਰ ਕੋਈ ਆਪਣੀ ਜਗ੍ਹਾ ਸਹੀ ਹੁੰਦਾ ਵਾ, ਹਰੇਕ ਦੇ ਆਪਣੇ ਆਪਣੇ ਵਿਚਾਰ ਹੁੰਦੇ। ਉਹਨਾਂ ਦੀ ਹੁਣ ਉਮਰ ਹੋ ਗਈ ਹੈ, ਤੂੰ ਐਵੇਂ ਨਾ ਉਹਨਾਂ ਦੀ ਗੱਲ ਦਾ ਗੁੱਸਾ ਕਰਿਆ ਕਰ। ਉਹ ਜਿੰਨਾ ਮਰਜ਼ੀ ਗੁੱਸਾ ਕਰੀ ਜਾਣ, ਅਬ ਬੱਚੀ ਤੇ ਕੀ ਅਸਰ ਪਊ? ਮੈਂ ਤਾਂ ਕਹਿੰਦੀ ਆ ਤੁਸੀਂ ਉਹਨਾਂ ਨੂੰ ਬਿਰਧ ਆਸ਼ਰਮ ਛੱਡ ਆਓ। ਘਰ ਉਹੀ ਵਸਦੇ ਹੁੰਦੇ ਆ ਜਿੱਥੇ ਕੋਈ ਸਿਆਣਾ ਬੰਦਾ ਰਹਿੰਦਾ ਹੁੰਦਾ। ਤੂੰ ਐਵੇਂ ਨਾ ਉਹਨਾਂ ਦੀ ਗੱਲ ਦਾ ਇੰਨਾ ਗੁੱਸਾ ਕਰਿਆ ਕਰ। ਨਿਆ ਕੀ ਕਰਦਾ ਤੂੰ? ਕੀ ਹੋਇਆ ਪੁੱਤ? ਕਿਹਨੇ ਮਾਰਿਆ? ਮੰਮਾ ਦਾਦੀ ਨੇ ਮਾਰਿਆ ਮੈਨੂੰ। ਤੂੰ ਅੰਦਰ ਚੱਲ। ਆ ਕੀ ਕੀਤਾ ਤੁਸੀਂ? ਤੁਸੀਂ ਹੱਥ ਕਿਵੇਂ ਲਾਇਆ? ਉਹ ਮੇਰੀ ਬੇਟੀ ਆ। ਹਰ ਵੇਲੇ ਸ਼ਰਾਰਤਾਂ ਕਰਦੀ ਰਹਿੰਦੀ ਆ ਉਹ। ਉਹ ਕੀ ਹੋ ਗਿਆ ਤੁਹਾਨੂੰ? ਰੋਜ਼ ਰੋਜ਼ ਦੀ ਲੜਾਈ ਤੋਂ ਮੈਂ ਤੰਗ ਆ ਚੁੱਕਿਆ। ਮਾਂ ਬਸ ਬਹੁਤ ਹੋ ਗਿਆ, ਮੇਰਾ ਜੀ ਕਰਦਾ ਬਸ ਮੈਂ ਹੀ ਇਸ ਘਰ ਤੋਂ ਚਲੇ ਜਾਵਾਂ। ਆ ਦੇਖ ਲਓ, ਸਿਮਰਨ ਨੂੰ ਕਿੰਨਾ ਮਾਰਿਆ ਮੰਮੀ ਨੇ, ਕਿੰਨਾ ਰੋ ਰਹੀ ਸੀ ਉਹ ਵਿਚਾਰੀ। ਹੁਣ ਤਾਂ ਇਸ ਘਰ 'ਚ ਜਾਂ ਇਹ ਰਹਿਣਗੇ ਜਾਂ ਮੈਂ ਰਹੂੰਗੀ। ਇਹ ਤਾਂ ਮੇਰੇ ਪੁੱਤ ਦਾ ਘਰ ਹੈ, ਤੂੰ ਜਾ ਜਿੱਥੇ ਜਾਣਾ ਹੈ। ਮਾਂ ਬਸ ਬਹੁਤ ਹੋ ਗਿਆ, ਮੈਂ ਤੰਗ ਆ ਗਿਆ ਥੋੜੀ ਰੋਜ਼ ਰੋਜ਼ ਦੀ ਲੜਾਈ ਤੋਂ। ਮੇਰਾ ਜੀ ਕਰਦਾ ਬਸ ਮੈਂ ਹੀ ਕਿਤੇ ਚਲੇ ਜਾਵਾਂ। ਇੱਕ ਪਾਸੇ ਮਾਂ ਤੇ ਇੱਕ ਪਾਸੇ ਰੀਤ। ਇੱਕ ਪਾਸੇ ਉਹ ਮਾਂ ਜਿਸ ਨੇ ਪਾਲ ਪੋਸ ਕੇ ਮੈਨੂੰ ਜ਼ਿੰਦਗੀ ਦੇ ਇਸ ਮੁਕਾਮ ਤੱਕ ਪਹੁੰਚਾਇਆ, ਤੇ ਇੱਕ ਪਾਸੇ ਰੀਤ ਮੇਰੀ ਜੀਵਨ ਸਾਥਣ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਹੁਣ ਮੈਂ ਕਰਾਂ ਤਾਂ ਕੀ ਕਰਾਂ? ਇਹਨਾਂ ਦੋਵਾਂ ਦਾ ਇਕੱਠੇ ਰਹਿਣਾ ਤਾਂ ਔਖਾ। ਮਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਪੁੱਤ ਦੱਸ। ਮਾਂ ਬਸ ਬਹੁਤ ਹੋ ਗਿਆ, ਮੈਂ ਤੰਗ ਆ ਗਿਆ ਰੋਜ਼ ਰੋਜ਼ ਦੀ ਲੜਾਈ ਤੋਂ। ਕੱਲ ਆਪਾਂ ਬਿਰਧ ਆਸ਼ਰਮ ਜਾਵਾਂਗੇ, ਉੱਥੇ ਤੇਰੀ ਉਮਰ ਦੇ ਬਜ਼ੁਰਗ ਹੋਣਗੇ, ਵਧੀਆ ਮਾਹੌਲ ਆ ਉੱਥੇ। ਨਾ ਹੁਣ ਤੂੰ ਇਸ ਕਲੈਣੀ ਪਿੱਛੇ ਲੱਗ ਕੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢੇਗਾ? ਤੇਰਾ ਪਿਓ ਹੈ ਨਹੀਂ ਸੀ, ਮੈਨੂੰ ਪਤਾ ਮੈਂ ਤੈਨੂੰ ਕਿਵੇਂ ਪਾਲ ਪੋਸ ਕੇ ਵੱਡਾ ਕੀਤਾ, ਤੇ ਤੂੰ ਅੱਜ ਮੈਨੂੰ ਘਰੋਂ ਬਾਹਰ ਕੱਢ ਰਿਹਾ। ਮਾਂ ਘਰੋਂ ਬਾਹਰ ਨਹੀਂ ਕੱਢ ਰਿਹਾ, ਉੱਥੇ ਵਧੀਆ ਸੇਵਾ ਹੋ ਤੇਰੀ। ਇੱਥੇ ਰੋਜ਼ ਰੋਜ਼ ਦੀ ਲੜਾਈ ਦੇ ਨਾਲ ਤੇਰੀ ਸਿਹਤ ਤੇ ਕਿੰਨਾ ਅਸਰ ਪੈਂਦਾ। ਚੱਲ ਪੁੱਤ ਜਿਵੇਂ ਤੈਨੂੰ ਚੰਗਾ ਲੱਗੇ। ਮਾਂ ਬਸ ਕੱਲ ਤਿਆਰ ਰਹੇ। ਠੀਕ ਹੈ। ਬਾਈ ਜੀ 5 ਦਰਜਨ ਕੇਲੇ ਪਾ ਦਿਓ, ਅੱਜ ਮੇਰਾ ਜਨਮ ਦਿਨ ਆ, ਆਸ਼ਰਮ ਜਾ ਕੇ ਮਨਾਵਾਂਗੇ। ਮਾਂ ਮੰਮਾ ਮੈਂ ਕਾਲਜ ਜਾਣਾ। ਹਾਂ ਪੁੱਤ ਜਾ ਕਾਲਜ, ਤੈਨੂੰ ਰੋਕਿਆ ਕਿਸੇ ਨੇ? ਮੰਮਾ ਵੀਰੇ ਨੂੰ ਕਹਿ ਦੋ ਮੈਨੂੰ ਛੱਡ ਆਵੇ। ਆ ਵੇਖ ਮੇਰਾ ਸੂਰਮਾ ਪੁੱਤ, ਕੋਈ ਕੰਮ ਵੀ ਕਰ ਲਿਆ ਕਰ, ਤੇ ਸਾਰੀ ਉਮਰ ਮਾਂ ਨੂੰ ਤੰਗ ਹੀ ਕਰਨਾ। ਓ ਬੇਬੇ ਤੂੰ ਐਵੇਂ ਨਾ ਗੁੱਸਾ ਕਰੀ ਜਾਇਆ ਕਰ, ਤੂੰ ਸਦਾ ਹੱਸਦੀ ਰਿਹਾ ਕਰ, ਹੱਸਦੀ ਹੀ ਵਧੀਆ ਲੱਗਦੀ ਆ। ਨਾ ਹੱਸਣ ਨੂੰ ਮੈਂ ਜੋਕਰ, ਜਾ ਕੁੜੀ ਨੂੰ ਕਾਲਜ ਛੱਡ ਕੇ ਆ। ਉਹ ਛੱਡ ਆਉਣਾ ਬੇਬੇ, ਚੱਲ ਆ ਜਾ।
ਗੱਲ ਅੱਜ ਦੁਖੀ ਲੱਗ ਰਹੀ ਹੈ ਇੰਦਰ? ਕੁਛ ਨਹੀਂ ਯਾਰ, ਫੀਸ ਦੇਣੀ ਆ ਕਾਲਜ ਦੀ। ਵੀਰਾ ਕੋਈ ਕੰਮ ਨਹੀਂ ਕਰਦਾ, ਵਿਹਲਾ ਸਾਰਾ ਦਿਨ ਐਸ਼ ਕਰਦਾ ਬਸ। ਇੰਨੀ ਕਿਉਂ ਟੈਨਸ਼ਨ ਲਿੱਤੀ ਹੈ ਤੂੰ? ਆਪਣੀ ਮਾਂ ਨੂੰ ਕਹਿ ਦੇ, ਲੇਡੀ ਹਿਟਲਰ ਨੂੰ ਉਹ ਤਾਂ ਰੇਲ ਬਣਾ ਦੂ ਉਹਦੀ। ਹੋਰ ਕੀ, ਆਂਟੀ ਜੀ ਤਾਂ ਬਾਲੇ ਕੱਬੇ ਨੇ। ਉਹ ਤਾਂ ਬਹੁਤ ਕਹਿੰਦੇ ਨੇ, ਪਰ ਇਹ ਨਹੀਂ ਸਮਝਦਾ ਸਾਰੀ ਜ਼ਮੀਨ ਮਾਂ ਦੇ ਨਾਂ ਤੇ ਹੈ, ਤਾਂ ਕਰਕੇ ਟਿਕਿਆ ਹੋਇਆ। ਨਹੀਂ ਤਾਂ ਹੁਣ ਨੂੰ ਕਦੋਂ ਦਾ ਉਹਨਾਂ ਨੂੰ ਆਸ਼ਰਮ ਛੱਡ ਆਂਦਾ, ਮੇਰਾ ਕਰ ਦੇਣਾ ਸੀ ਇਹਨੇ ਵਿਆਹ। ਇੰਨੀ ਛੋਟੀ ਜਿਹੀ ਏਜ 'ਚ ਤੇਰਾ ਵਿਆਹ? ਓਹੋ, ਨਿੱਕੀ ਜਿਹੀ ਮਾਸੂਮ ਕਲੀ ਤੇ ਅਤਿਆਚਾਰ। ਅੱਜ ਕੱਲ੍ਹ ਦੀ ਜਨਰੇਸ਼ਨ ਪੁਰਾਣੇ ਬਜ਼ੁਰਗਾਂ ਨੂੰ ਕਿੱਥੇ ਲਾਈਕ ਕਰਦੀ ਹੈ। ਸਾਡੇ ਨੇਬਰ 'ਚ ਵੀ ਇੱਕ ਅੰਕਲ ਆਪਣੇ ਪੇਰੈਂਟਸ ਨੂੰ 올ਡ ਏਜ ਹੋਮ ਛੱਡ ਆਏ। ਐਕਚੁਅਲੀ ਉਹਨਾਂ ਦੀ ਸੋਚ ਤੇ ਆਪਣੀ ਸੋਚ 'ਚ ਫਰਕ ਆ। ਭਾਵੇਂ ਜੋ ਵੀ ਹੈ, ਬਜ਼ੁਰਗ ਤਾਂ ਘਰ ਦਾ ਸ਼ਿੰਗਾਰ ਹੁੰਦੇ ਆ, ਉਹਨਾਂ ਬਿਨਾਂ ਘਰ 'ਚ ਰੌਣਕ ਕਿੱਥੇ ਹੁੰਦੀ ਆ। ਸਹੀ ਕਿਹਾ ਇੰਦਰ, ਉਹਨਾਂ ਨੂੰ ਕਾਫੀ ਐਕਸਪੀਰੀਅੰਸ ਹੁੰਦਾ ਲਾਈਫ ਦਾ, ਜੋ ਆਪਣੇ ਕੰਮ ਆਉਂਦਾ ਫਿਊਚਰ 'ਚ। ਓ ਯਾਰ, ਕੀ ਗੱਲਾਂ ਲੈ ਕੇ ਬੈਠ ਗਏ? ਲੈਟਸ ਇੰਜੋਏ। ਉਹ ਮਾਤਾ ਜੀ ਘਰੇ ਹੀ ਹੋ? ਹਾਂ ਪੁੱਤ, ਲੰਘ ਗਿਆ। ਮਾਤਾ ਜੀ, ਤੁਹਾਡਾ ਮੁੰਡਾ ਕੱਲ ਮੇਰੇ ਵਾਲੀ ਜ਼ਮੀਨ ਵਾਹੀ ਜਾਂਦਾ ਸੀ। ਕਿੰਨੀ ਵਾਰੀ ਸਮਝਾਇਆ ਕਿ ਟਲ ਜਾ, ਪਰ ਇਹਦੇ ਸਮਝ ਨਹੀਂ ਆਉਂਦੀ ਗੱਲ। ਉਹ ਜ਼ਮੀਨ ਤੇ ਤੇਰਾ ਨਾਂ ਲਿਖਿਆ, ਉਹ ਜ਼ਮੀਨ ਤਾਂ ਮਿੱਤਰਾ ਸਾਡੀ ਆ। ਆਪਣੀ ਜ਼ਮੀਨ ਦਾ ਤਾਂ ਮਿੱਤਰਾ ਰੌਲਾ ਚੱਲਦਾ, ਉਹ ਤਾਂ ਉਹਨ ਕੋਰਟ 'ਚ ਹੀ ਨਿਬੜੂ। ਜ਼ਮੀਨ ਤਾਂ ਮੇਰੀ ਆ, ਤੁਸੀਂ ਸਾਰੇ ਨਜਾਇਜ਼ ਕਬਜ਼ਾ ਲੈਣ ਨੂੰ ਫਿਰਦੇ ਹੋ। ਅਸੀਂ ਤਾਂ ਸਾਰੇ ਕੰਮ ਜਾਇਜ਼ ਹੀ ਕਰਦੇ ਆਂ ਮਿੱਤਰਾ। ਓਏ ਆ ਖਡਾਉਣੇ ਜੇ ਦਿਖਾ ਕੇ ਜਵਾਕ ਡਰਦੇ ਹੋਣਗੇ, ਮੈਂ ਨਹੀਂ। ਉਹ ਡਰਾਉਣ ਦਾ ਕੰਮ ਤਾਂ ਭੂਤਾਂ ਕਰਦੀਆਂ, ਬੰਦੇ ਨਹੀਂ। ਜ਼ਮੀਨ ਤਾਂ ਸਾਡੀ ਆ, ਕੋਰਟ 'ਚ ਵੀ ਪ੍ਰੂਫ ਹੋ ਜੂ, ਤੂੰ ਫਿਕਰ ਨਾ ਕਰ। ਚੱਲ ਤੂੰ ਕੋਰਟ 'ਚ ਹੀ ਪ੍ਰੂਫ ਕਰ ਲਈ, ਦੇਖੀ ਜੱਟ ਕਚਹਿਰੀਆਂ 'ਚ ਮੇਲੇ ਲਾਊ। ਵੇ ਚੁੱਪ ਕਰ ਜਾ ਪੁੱਤ, ਤੂੰ ਜਾ ਆਪਦੇ ਘਰੇ, ਇਹਨੂੰ ਮੈਂ ਸਮਝਾਉਂ। ਚਲੋ ਠੀਕ ਆ ਮਾਤਾ ਜੀ। ਅੱਜ ਤਾਂ ਬਾਈ ਜੀ ਹੱਦ ਹੀ ਹੋ ਗਈ, ਸਾਲਾ ਘਰੇ ਆ ਕੇ ਬਕਵਾਸ ਕਰਕੇ ਗਿਆ ਵਾ। ਅੱਛਾ, ਆਪਾਂ ਹੁਣੇ ਹੀ ਦੇਖਦੇ ਆ ਸਾਲੇ ਨੂੰ। ਚੱਲ ਬੈਠ ਗੱਡੀ। ਵਟੋ ਵਟੋ।
ਟ੍ਰੀਟਮੈਂਟ ਚੱਲਦਾ ਉਹਨਾਂ ਦਾ। ਸਾਡੇ ਇੱਕ ਮੈਂਬਰ ਲਿਆਏ ਸੀ ਉਹਨਾਂ ਨੂੰ ਇੱਥੇ, ਰਸਤੇ 'ਚ ਜ਼ਖਮੀ ਪਏ ਮਿਲੇ ਸੀ। ਇਹਨਾਂ ਦੀ ਕੋਈ ਲੜਾਈ ਹੋਈ ਸੀ ਕਿਸੇ ਨਾਲ? ਹਾਂਜੀ, ਜ਼ਮੀਨ ਦਾ ਰੌਲਾ ਸੀ। ਮੇਰੀ ਫਰੈਂਡ ਆ, ਉਹਨਾਂ ਦੇ ਭਰਾਵਾਂ ਨਾਲ। ਸਾਡਾ ਤੇ ਹੈ ਵੀ ਕੋਈ ਨਹੀਂ। ਇੱਕ ਮੇਰਾ ਛੋਟਾ ਭਰਾ ਆ, ਜੇ ਵੀਰੇ ਨੂੰ ਕੁਝ ਹੋ ਗਿਆ ਅਸੀਂ ਕੀ ਕਰਾਂਗੇ? ਤੁਸੀਂ ਫਿਕਰ ਨਾ ਕਰੋ, ਸਭ ਕੁਝ ਠੀਕ ਹੋਊਗਾ। ਮੈਂ ਪਲੀਜ਼ ਇਹਨਾਂ ਨੂੰ ਜਲਦੀ ਠੀਕ ਕਰ ਦਿਓ। ਸਾਡੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਤੁਸੀਂ ਵੇਟ ਕਰੋ। ਕੀ ਬਣਿਆ ਮੈਮ? ਕੀ ਹੋਇਆ ਮੈਮ? ਹਾਂਜੀ, ਠੀਕ ਤਾਂ ਹੋ ਗਏ ਨੇ, ਪਰ ਸਿਰ ਤੇ ਸੱਟ ਜ਼ਿਆਦਾ ਲੱਗੀ ਕਾਰਨ ਉਹਨਾਂ ਦੀ ਯਾਦਾਸ਼ਤ ਚਲੀ ਗਈ ਹੈ। ਹੁਣ ਉਸਨੂੰ ਪਛਾਣ ਨਹੀਂ ਸਕਣਗੇ। ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਰੋਵੋ ਨਾ, ਮੈਂ ਤੁਹਾਨੂੰ ਦੱਸਦੀ ਹਾਂ। ਇਹ ਬੱਚੇ ਨੂੰ ਪੜਾਵਾਂਗੇ ਅਸੀਂ, ਇਹਦੀ ਸਾਰੀ ਫੀਸ ਵੀ ਅਸੀਂ ਪੇ ਕਰਾਂਗੇ, ਤੇ ਤੁਹਾਡਾ ਵੀਰਾ ਵੀ ਇੱਥੇ ਆਸ਼ਰਮ 'ਚ ਰਹੂਗਾ, ਸਭ ਦੀ ਸੇਵਾ ਕਰੂਗਾ। ਤੇ ਤੁਹਾਨੂੰ ਮੈਂ ਇੱਕ ਕੰਪਨੀ 'ਚ ਅਸਿਸਟੈਂਟ ਦੀ ਲੋੜ ਆ, ਉੱਥੇ ਲਗਵਾ ਦੂੰਗੀ। ਮੈਮ, ਤੁਹਾਡਾ ਇਹ ਅਹਿਸਾਨ ਅਸੀਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਹੈਲੋ। ਤੈਨੂੰ ਅਸੀਂ ਕਾਲਜ ਪੜਨ ਭੇਜਦੇ ਆ, ਤੂੰ ਆ ਕਿੰਨਾ ਮੈਂ ਚੰਨ ਚੜਾਈ ਜਾਂਦੀ ਆ। ਚੱਲ ਨਿਕਲ ਮੇਰੇ ਘਰੋਂ ਬਾਹਰ। ਕੀ ਹੋਇਆ ਪੁੱਤ? ਤੂੰ ਵੀ ਨਿਕਲ ਘਰੋਂ ਬਾਹਰ। ਚਲੋ ਦੋਨੇ ਬਾਹਰ ਮੇਰੇ ਘਰ ਤੋਂ ਬਾਹਰ। ਸੌਰੀ ਯਾਰ, ਮੈਂ ਲੇਟ ਤਾਂ ਨਹੀਂ ਹੋ ਗਈ? ਉਹ ਨਹੀਂ ਨਹੀਂ, ਕੋਈ ਗੱਲ ਨਹੀਂ। ਕੀ ਗੱਲ ਹੋ ਗਈ ਇੰਦਰ? ਅੱਜ ਤੁਹਾਡੇ ਚਿਹਰੇ ਤੇ ਉਦਾਸੀ ਕਿਉਂ ਛਾਈ ਹੈ? ਕੁਛ ਨਹੀਂ ਯਾਰ, ਕੱਲ ਵੀਰੇ ਨੇ ਆਪਾਂ ਦੋਨਾਂ ਨੂੰ ਇਕੱਠੇ ਦੇਖ ਲਿਆ। ਉਹ ਫਿਰ? ਉਹਨੇ ਮੈਨੂੰ ਤੇ ਮਾਂ ਨੂੰ ਘਰੋਂ ਬਾਹਰ ਕੱਢਤਾ। ਉਹ ਹੋਰ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਅੱਜ ਕੱਲ੍ਹ? ਰਾਤ ਤਾਂ ਅਸੀਂ ਗੁਰੂ ਘਰੇ ਕੱਟ ਲਈ ਸੀ, ਪਰ ਜਦੋਂ ਮੈਂ ਸਵੇਰੇ ਉੱਠੀ ਮਾਂ ਪਤਾ ਨਹੀਂ ਕਿੱਥੇ ਚਲੀ ਗਈ ਤੇ ਮੈਂ ਇਕੱਲੀ ਰਹਿ ਗਈ। ਯਾਰ ਤੁਹਾਡੇ ਭਰਾ ਨੇ ਤੁਹਾਡੇ ਨਾਲ ਬਹੁਤ ਗਲਤ ਕੀਤਾ। ਹੋਰ ਕੀ, ਹੁਣ ਤਾਂ ਬਸ ਆਪਾਂ ਛੇਤੀ ਵਿਆਹ ਕਰਾ ਲਈਏ। ਮੇਰਾ ਹੋਰ ਇਸ ਦੁਨੀਆ ਤੇ ਕੋਈ ਨਹੀਂ ਹੈ। ਤੁਸੀਂ ਫਿਕਰ ਨਾ ਕਰੋ, ਕਰਦਾ ਮੈਂ ਕੋਈ ਹੱਲ। ਕਰ ਲਓ ਗੱਲ, ਪਰ ਵਿਆਹ ਤੋਂ ਬਾਅਦ ਉਹ ਸਾਰੇ ਆਪਣੇ ਨਾਲ ਹੀ ਰਹਿਣਗੇ? ਹਾਂ ਹਾਂ, ਕਿਉਂ? ਯਾਰ ਪ੍ਰਾਈਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ। ਆਪਾਂ ਦੋਨੋਂ ਹੀ ਰਵਾਂਗੇ ਘਰੇ ਬਸ। ਮੈਨੂੰ ਨਹੀਂ ਪਤਾ ਯਾਰ, ਇੱਕ ਮੇਰੇ ਮਮ ਡੈਡ, ਇੱਕ ਮੇਰਾ ਭਰਾ, ਬਸ ਇੰਨੇ ਕੁ ਜਾਣੇ ਹੀ ਆ ਅਸੀਂ। ਹੋਰ ਮੈਂ ਕਿੱਥੇ ਛੱਡ ਆਵਾਂ ਉਹਨਾਂ ਨੂੰ? ਤੁਸੀਂ ਤਾਂ ਕਹਿੰਦੇ ਸੀ ਤੁਹਾਡਾ ਪਿੰਡ 'ਚ ਇੱਕ ਹੋਰ ਘਰ ਆ, ਉੱਥੇ ਛੱਡਿਓ। ਚਲੋ ਠੀਕ ਆ ਯਾਰ, ਮਮ ਬ੍ਰਦਰ ਨਾਲ ਰਹਿ ਪੈਣਗੇ ਤੇ ਡੈਡ ਇੱਥੇ ਆਪ ਨਾਲ ਰਹਿ ਪੈਣਗੇ। ਹੁਣ ਤਾਂ ਖੁਸ਼ ਹੋ? ਜੋ ਪੁੱਤ ਕਰ ਅਰਦਾਸਾਂ ਮੰਗਿਆ ਸੀ, ਉਹਨੇ ਕਰ ਸੰਦਰਾਂ ਦਾ ਢਾ ਦਿੱਤਾ। ਜਿਹਨੂੰ ਚਾਵਾਂ ਨਾਲ ਲੜਾਇਆ ਸੀ, ਉਹਨੇ ਰੋਗ ਕੈਸਾ ਲਾ ਦਿੱਤਾ। ਰਿਸ਼ਤੇ ਟੁੱਟ ਗਏ, ਰਹਿ ਗਏ ਕੱਲੇ, ਕੋਈ ਨਾ ਤੇਰਾ ਮੇਰਾ ਇੱਕ ਰੱਬ ਦਾ ਆਸਰਾ ਏ ਸੱਚਾ, ਬਾਕੀ ਤਾਂ ਸਭ ਹਨੇਰਾ ਏ। ਇੱਕ ਰੱਬ ਦਾ
ਸੱਚੀ ਉਡੀਕਾਂ ਸਾਡੀ ਇੱਕ ਦਿਨ ਹੋਣੀ ਖਤਮ ਕਹਾਣੀ ਓ ਪੁੱਤ ਅੱਖਾਂ ਦਾ ਤਾਰਾ ਨਾ ਹੁਣ ਕਦੇ ਵਿਖਾਉਂਦਾ ਚਿਹਰਾ ਇੱਕ ਰੱਬ ਦਾ ਆਸਰਾ ਏ ਸੱਚਾ ਬਾਕੀ ਤਾਂ ਸਭ ਹਨੇਰਾ ਏ ਇੱਕ ਰੱਬ ਦਾ ਆਸਰਾ ਏ ਸੱਚਾ ਬਾਕੀ ਤਾਂ ਸਭ ਹਨੇਰਾ ਏ ਵਾਹਿਗੁਰੂ ਸਤਨਾਮ। ਬਾਪੂ ਜੀ ਅਸੀਂ ਤੁਹਾਨੂੰ ਹੁਣ ਲੈਣ ਆਏ ਆ। ਅਸੀਂ ਹੁਣ ਕਿਤੇ ਨਹੀਂ ਜਾਣਾ। ਜਦੋਂ ਸਾਡੀ ਔਲਾਦ ਨੇ ਹੀ ਸਾਨੂੰ ਬੇਘਰ ਕਰਤਾ ਤਾਂ ਇਸ ਆਸ਼ਰਮ ਨੇ ਹੀ ਸਾਨੂੰ ਆਸਰਾ ਦਿੱਤਾ। ਪਰ ਬਾਪੂ ਜੀ ਬਸ ਜਦੋਂ ਸਾਨੂੰ ਲੋੜ ਸੀ ਉਦੋਂ ਸਾਰ ਨਹੀਂ ਲਈ ਤੁਸੀਂ ਆ ਕੇ ਸਾਡੀ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਚਲੇ ਜਾਓ। ਅਸੀਂ ਤੁਹਾਨੂੰ ਲੈਣ ਆਏ ਆ ਮਾਂ। ਜਿਹੜੇ ਪੁੱਤ ਨੂੰ ਮੈਂ ਲਾਡਾ ਚਾਵਾਂ ਨਾਲ ਪਾਲਿਆ ਉਹਨੇ ਹੀ ਮੈਨੂੰ ਘਰੋਂ ਕੱਢਤਾ। ਹੁਣ ਇਹੀ ਮੇਰਾ ਘਰ ਹੈ, ਮੈਂ ਇੱਥੇ ਖੁਸ਼ ਹਾਂ। ਤੁਸੀਂ ਜਾਓ। ਪਰ ਮਾਂ ਖੁਸ਼ ਰਹਿ ਪੁੱਤ। ਮਾਂ ਮੈਂ ਤੈਨੂੰ ਲੈਣ ਆਇਆ ਮਾਂ। ਜਵਾਨ ਪੁੱਤ ਹੁੰਦੇ ਹੋਏ ਵੀ ਜਿਸ ਮਾਂ ਨੂੰ ਇਸ ਗੁਰੂ ਘਰ ਆ ਕੇ ਰੋਟੀ ਖਾਣੀ ਪਵੇ, ਅਜਿਹਾ ਪੁੱਤਾਂ ਨਾਲੋਂ ਸਾਡੇ ਆਪ ਪੁੱਤ ਚੰਗੇ ਨੇ ਜੋ ਸਾਡੀ ਦੇਖਭਾਲ ਤਾਂ ਕਰਦੇ ਨੇ। ਤੁਹਾਡੇ ਪੁੱਤਾਂ ਨਾਲੋਂ ਤਾਂ ਧੀਆਂ ਚੰਗੀਆਂ ਨੇ ਜੋ ਮਾਵਾਂ ਨੂੰ ਸਾਂਭ ਕੇ ਤਾਂ ਰੱਖਦੀਆਂ ਨੇ। ਚਲਾ ਜਾ ਇੱਥੋਂ। ਬਾਪੂ ਜੀ ਤੁਹਾਡੇ ਮੁੰਡੇ ਕੱਲ ਤੁਹਾਨੂੰ ਲੈਣ ਆਏ ਸੀ, ਤੁਸੀਂ ਉਹਨਾਂ ਨਾਲ ਗਏ ਕਿਉਂ ਨਹੀਂ? ਯਾਦਾਸ਼ਤ ਤਾਂ ਤੇਰੀ ਵੀ ਵਾਪਸ ਆ ਗਈ, ਫਿਰ ਤੂੰ ਕਿਉਂ ਨਹੀਂ ਗਿਆ? ਬਾਪੂ ਜੀ ਤੁਹਾਡੇ ਸਾਰਿਆਂ ਵਾਂਗੂ ਮੈਨੂੰ ਵੀ ਇਸ ਆਸ਼ਰਮ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ। ਇਸ ਲਈ ਹੁਣ ਸਾਰੀ ਜ਼ਿੰਦਗੀ ਇਸ ਆਸ਼ਰਮ ਦੇ ਲੇਖੇ ਲਾਉਣੀ ਆ। ਹੁਣ ਤਾਂ ਭੈਣ ਵੀ ਆਪਣੇ ਪੈਰਾਂ ਤੇ ਖੜੀ ਹੋ ਗਈ ਆ। ਸੁੱਖ ਨਾਲ ਤੁਹਾਡੇ ਮੁੰਡਿਆਂ ਦੀ ਦੇਖ ਰੇਖ 'ਚ ਆ। ਹੁਣ ਮੈਨੂੰ ਕੋਈ ਫਿਕਰ ਨਹੀਂ। ਚੰਗਾ ਬਾਪੂ ਜੀ, ਹੁਣ ਤੁਸੀਂ ਆਰਾਮ ਕਰੋ, ਕੱਲ ਮਿਲਦੇ ਆਂ। ਜਦੋਂ ਬੰਦਾ ਮੰਜ਼ਿਲ ਤੇ ਪਹੁੰਚ ਜਾਂਦਾ ਫਿਰ ਆਰਾਮ ਹੀ ਕਰਦਾ। ਹਾਂਜੀ ਬਾਪੂ ਜੀ, ਇੱਕ ਖੁਸ਼ਖਬਰੀ ਆ। ਬਾਪੂ ਜੀ, ਬਾਪੂ ਜੀ, ਬਾਪੂ ਜੀ, ਆਖਿਰ ਤੁਹਾਡੀ ਕਹੀ ਗੱਲ ਸੱਚ ਹੋ ਹੀ ਗਈ। ਇਹ ਆਸ਼ਰਮ ਇੱਕ ਆਸ਼ਰਮ ਹੀ ਨਹੀਂ, ਇੱਕ ਆਸਰਾ ਹੈ ਲਵਾਰਿਸ, ਅਨਾਥ ਤੇ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਦਾ ਇਸ ਜੱਗ ਤੇ ਕੋਈ ਨਹੀਂ ਹੁੰਦਾ, ਜਿਨ੍ਹਾਂ ਨੂੰ ਆਪਣੇ ਪਰਾਏ ਕਰ ਦਿੰਦੇ ਨੇ। ਉਹਨਾਂ ਲਈ
ਇੱਕ ਉਮੀਦ, ਇੱਕ ਆਸ ਹੈ ਇਹ ਆਸ਼ਰਮ। ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਰਿਸ਼ਤਿਆਂ ਦੀ ਕਦਰ ਕਰੋ, ਆਪਣੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰੋ, ਕਿਉਂਕਿ ਅੱਜ ਜੋ ਤੁਸੀਂ ਬੀਜੋਗੇ ਉਹ ਕੱਲ੍ਹ ਤੁਹਾਨੂੰ ਹੀ ਵੱਢਣਾ ਪਊਗਾ।